ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁਬਦੇ ਪੱਥਰ ਤਾਰੇ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਦੇ ਪੰਨਿਆਂ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਸ ਇਤਿਹਾਸ ਨੂੰ ਵਿਚਾਰਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰਾ ਪਾਇਆ ਜਾਂਦਾ ਹੈ। ਬਾਅਦ ਦੇ ਵਿੱਚ ਸਿੱਖਾਂ ਦੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਲਾਹੌਰ ਦੇ ਵਿੱਚ ਲਿਆਇਆ ਜਾਂਦਾ ਹੈ। 28 ਫਰਵਰੀ 1716 ਈਸਵੀ ਦੇ ਵਿੱਚ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਜਾਇਆ ਜਾਂਦਾ ਹੈ। ਇੱਥੇ ਤਕਰੀਬਨ 5-7 ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਇਸ ਗੱਲ ਨੂੰ ਮਨਵਾਉਣ ਦੇ ਲਈ ਯਤਨ ਕੀਤਾ ਜਾਂਦਾ ਹੈ ਕਿ ਤੁਸੀਂ ਮੁਸਲਮਾਨ ਬਣ ਜਾਵੋ, ਤੁਹਾਨੂੰ ਛੱਡ ਦਿੱਤਾ ਜਾਵੇਗਾ। ਲੇਕਿਨ ਜਦੋਂ ਇਹ ਗੱਲ ਮਨਵਾਉਣ ਦੇ ਵਿੱਚ ਜੋ ਫਰਖਸ਼ੀਅਰ ਬਾਦਸ਼ਾਹ ਹੈ ਜਾਂ ਉਸ ਦੇ ਹਾਕਮ ਹਨ, ਨਾਕਾਮਯਾਬ ਹੁੰਦੇ ਹਨ। 5 ਮਾਰਚ 1716 ਈਸਵੀ ਨੂੰ ਫਰਖਸ਼ੀਅਰ ਇੱਕ ਐਲਾਨ ਕਰਦਾ ਹੈ। ਬੰਦਾ ਸਿੰਘ ਬਹਾਦਰ ਦੇ ਨਾਲ ਜੋ ਸਿੱਖ ਗ੍ਰਿਫਤਾਰ ਕੀਤੇ ਗਏ ਹਨ, ਤਕਰੀਬਨ ਉਹਨਾਂ ਦੀ ਗਿਣਤੀ 700-800 ਦੇ ਕਰੀਬ ਹੈ। ਉਹਨਾਂ ਸਿੱਖਾਂ ਦੇ ਵਿੱਚੋਂ ਹਰ ਰੋਜ਼ 100 ਸਿੱਖ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਸ਼ਹੀਦ ਕੀਤਾ ਜਾਵੇ। ਹੋ ਸਕਦਾ ਹੈ ਜਿਹੜਾ ਬੰਦਾ ਕਿਸੇ ਸਮੇਂ ਇੱਕ ਜਾਨਵਰ ਦੇ ਡੁੱਲੇ ਹੋਏ ਖੂਨ ਨੂੰ ਵੇਖ ਕੇ ਵੈਰਾਗੀ ਬਣ ਸਕਦਾ ਹੈ,
ਡੁੱਲੇ ਹੋਏ ਖੂਨ ਨੂੰ ਵੇਖ ਕੇ ਜਿਸ ਬੰਦੇ ਦਾ ਮਨ ਡੋਲ ਸਕਦਾ ਹੈ, ਜਦੋਂ ਉਹ ਆਪਣੇ ਸਾਹਮਣੇ ਆਪਣੇ ਭਰਾਵਾਂ ਦਾ, ਸਿੱਖਾਂ ਦਾ ਖੂਨ ਡੁੱਲਦਾ ਵੇਖੇਗਾ, ਹੋ ਸਕਦਾ ਮਨ ਡੋਲ ਜਾਵੇ। ਬੰਦਾ ਸਿੰਘ ਬਹਾਦਰ ਇਸਲਾਮ ਮਤ ਨੂੰ ਕਬੂਲ ਕਰ ਲਵੇ, ਇਹ ਐਲਾਨ ਕੀਤਾ ਜਾਂਦਾ ਹੈ। ਇਸ ਤੋਂ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਲਾਲ ਕਿਲ੍ਹੇ ਦੇ ਵਿੱਚ ਕੈਦੀ ਬਣਾ ਕੇ ਰੱਖਿਆ ਹੋਇਆ ਸੀ। 5 ਮਾਰਚ 1716 ਈਸਵੀ ਤੋਂ 12 ਮਾਰਚ 1716 ਈਸਵੀ ਤੱਕ ਹਰ ਰੋਜ਼ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ 100 ਸਿੱਖ ਸ਼ਹੀਦ ਕੀਤਾ ਜਾਂਦਾ ਹੈ ਅਤੇ ਹਰ ਇੱਕ ਸਿੱਖ ਨੂੰ ਪੁੱਛਿਆ ਜਾਂਦਾ ਹੈ ਕਿ ਜੇਕਰ ਤੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਇਸਲਾਮ ਮਤ ਨੂੰ ਧਾਰਨ ਕਰ ਲਵੇਂ ਤੇ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਵੇਗਾ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਲੇਕਿਨ ਹਰ ਇੱਕ ਸਿੱਖ ਦਾ ਜਵਾਬ ਨਾ ਦੇ ਵਿੱਚ ਹੁੰਦਾ ਹੈ। ਫਰਖਸ਼ੀਅਰ ਸ਼ਾਮ ਨੂੰ ਜਲਾਦ ਦੇ ਕੋਲੋਂ ਪੁੱਛਦਾ ਹੈ ਕਿ ਕੋਈ ਵੀ ਸਿੱਖਾਂ ਦੇ ਵਿੱਚੋਂ ਇੱਕ ਵੀ ਵਿਅਕਤੀ ਨੇ ਕਿ ਆਪਣੇ ਮਤ ਨੂੰ ਤਿਆਗਣ ਦੇ ਲਈ ਅਤੇ ਇਸਲਾਮ ਮਤ ਨੂੰ ਅਪਣਾਉਣ ਦੇ ਲਈ ਹਾਂ ਕੀਤੀ ਹੈ। ਤੇ ਜਲਾਦ ਹੈ ਜਿਹੜਾ ਉਹ ਬੜੀ ਨਮੋਸ਼ੀ ਦੇ ਨਾਲ ਦੱਸਦਾ ਵੀ ਬਾਦਸ਼ਾਹ ਜੀ, ਇਹਨਾਂ ਦੇ ਵਿੱਚੋਂ ਅੱਜ ਜੋ ਸਿੱਖ ਸ਼ਹੀਦ ਕੀਤੇ ਗਏ ਹੈ, ਇੱਕ ਨੇ ਵੀ ਆਪਣੀ ਵਿਚਾਰਧਾਰਾ ਨੂੰ ਛੱਡਣ ਦੇ ਲਈ ਅਤੇ ਇਸਲਾਮ ਮਤ ਨੂੰ ਕਬੂਲ ਕਰਨ ਦੇ ਲਈ ਹਾਂ ਨਹੀਂ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹਰ ਰੋਜ਼ ਸ਼ਹੀਦ ਕੀਤੇ ਜਾ ਰਹੇ ਹੈ ਸਿੱਖ, ਤੇ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਬੈਠ ਕੇ ਪਿੰਜਰੇ ਦੇ ਵਿੱਚ ਇਹ ਸਾਰੇ ਹਾਲਾਤਾਂ ਨੂੰ ਵੇਖਦੇ ਹਨ। ਸਾਹਮਣੇ ਸਿੱਖਾਂ ਨੂੰ ਸ਼ਹੀਦ ਹੁੰਦਿਆਂ ਹੋਇਆਂ ਉਹਨਾਂ ਦੇ ਡੁੱਲਦੇ ਹੋਏ ਖੂਨ ਨੂੰ ਵੇਖ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੇਰੇ ਨਾਲ ਲਾਈਆਂ ਉਹਨਾਂ ਦੀਆਂ ਤੂੰ ਨਿਭਾ ਦਿੱਤੀਆਂ ਹਨ, ਤੇ ਜਿਹੜੇ ਸਿੱਖਾਂ ਨੇ ਅਜੇ ਤੱਕ ਸ਼ਹਾਦਤ ਨਹੀਂ ਪ੍ਰਾਪਤ ਕੀਤੀ ਉਹਨਾਂ ਦੇ ਉੱਪਰ ਕਿਰਪਾ ਕਰਨੀ, ਉਹਨਾਂ ਦੀ ਤੂੰ ਸਿੱਖੀ ਆਪ ਵਿੱਚ ਵਰਤ ਕੇ ਨਿਭਾ ਦਵੀਂ। ਇਸ ਤਰ੍ਹਾਂ ਦੀ ਅਰਦਾਸ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਹਰ ਰੋਜ਼ ਕਰਦੇ ਹਨ। ਹਰ ਰੋਜ਼ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਇੱਕ ਦਿਨ ਇੱਕ ਘਟਨਾ ਘਟਦੀ ਹੈ ਜੋ ਬਹੁਤ ਹੀ ਅਹਿਮ ਹੈ। ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ, ਉਸ ਸਮੇਂ ਦੇ ਹਾਕਮਾਂ ਨੇ ਸੋਚਿਆ ਵੀ ਜੇਕਰ ਅਸੀਂ ਬੰਦਾ ਸਿੰਘ ਬਹਾਦਰ ਨੂੰ ਜਦੋਂ ਫਰਖਸ਼ੀਅਰ ਦੇ ਸਾਹਮਣੇ ਗਿਣਤੀ ਦੇ ਵਿੱਚ ਥੋੜ੍ਹੇ ਜਿਹੇ ਸਿੱਖਾਂ ਨੂੰ ਪੇਸ਼ ਕਰਾਂਗੇ ਤੇ ਫਰਖਸ਼ੀਅਰ ਨੇ ਸਾਨੂੰ ਝਿੜਕ ਦੇਣਾ, ਉਸਨੇ ਕਹਿਣਾ ਵੀ ਇੱਕ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੇ ਲਈ ਤੇ ਆਹ ਥੋੜ੍ਹੇ ਜਿਹੇ ਸਿੱਖ ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਹੈ, ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਇੰਨੀ ਵੱਡੀ ਫੌਜ ਲੈ ਕੇ ਗੁਰਦਾਸ ਨੰਗਲ ਦੀ ਗੜੀ ਨੂੰ ਇੰਨੇ ਮਹੀਨੇ ਘੇਰਾ ਪਾ ਕੇ ਰੱਖਿਆ। ਇੰਨੇ ਕੁ ਸਿੱਖਾਂ ਨੂੰ ਅਤੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੇ ਲਈ ਇੰਨੀ ਵੱਡੀ ਫੌਜ ਲੈ ਕੇ ਗਏ। ਸਾਨੂੰ ਝਿੜਕਾਂ ਪੈਣਗੀਆਂ,
ਕਿਉਂ ਨਾ ਅਸੀਂ ਇਹਨਾਂ ਸਿੱਖਾਂ ਦੀ ਗਿਣਤੀ ਵਧਾ ਲਈਏ। ਤੇ ਉਹਨਾਂ ਨੇ ਕੀ ਕੀਤਾ ਨਾ, ਰਸਤੇ ਦੇ ਵਿੱਚੋਂ ਕੁਝ ਸਿੱਖ ਗ੍ਰਿਫਤਾਰ ਕੀਤੇ, ਵੈਸੇ ਹੀ ਗ੍ਰਿਫਤਾਰ ਕਰ ਲਏ ਜਿੱਥੋਂ ਦੀ ਉਹ ਲੰਘ ਕੇ ਆਏ ਹੈ। ਉਹਨਾਂ ਸਿੱਖਾਂ ਦੇ ਵਿੱਚ ਇੱਕ ਉਹਨਾਂ ਨੇ 22 ਸਾਲ ਦਾ ਨੌਜਵਾਨ ਗ੍ਰਿਫਤਾਰ ਕਰਕੇ ਲੈ ਕੇ ਆਂਦਾ। ਹੁਣ ਆ ਹਰ ਰੋਜ਼ ਸਿੱਖਾਂ ਦੀ ਲਾਈਨ ਬਣਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਤੇ ਇਹ 22 ਸਾਲ ਦਾ ਨੌਜਵਾਨ ਇਸ ਨੂੰ ਵੀ ਜਲਾਦ ਪੁੱਛਦਾ ਹੈ ਕਿ ਇੱਕ ਵਾਰ ਤੂੰ ਆਪਣੇ ਮੁਖ ਤੋਂ ਇਹ ਗੱਲ ਕਹਿ ਦੇ ਕਿ ਮੈਂ ਸਿੱਖ ਨਹੀਂ ਹਾਂ, ਤੈਨੂੰ ਛੱਡ ਦਿੱਤਾ ਜਾਵੇਗਾ। ਇਹ 22 ਸਾਲ ਦਾ ਨੌਜਵਾਨ ਕਹਿੰਦਾ ਵੀ ਅਸਲ ਦੇ ਵਿੱਚ ਮੈਂ ਗੁਰੂ ਦਾ ਸਿੱਖ ਹਾਂ ਤੇ ਤੂੰ ਮੈਨੂੰ ਸ਼ਹੀਦ ਕਰਕੇ ਮੈਨੂੰ ਆਪਣੇ ਭਰਾਵਾਂ ਦੇ ਨਾਲ ਰਲਾ ਦੇਵੇ। ਜਦੋਂ ਇਸ ਨੌਜਵਾਨ ਨੂੰ ਸ਼ਹੀਦ ਕੀਤਾ ਜਾਂਦਾ ਨਾ, ਜਲਾਦ ਸ਼ਹੀਦ ਕਰਨ ਲੱਗਦਾ, ਉਦੋਂ ਇੱਕ ਬਜ਼ੁਰਗ ਮਾਤਾ ਬੜੀ ਉੱਚੀ ਚੀਕ ਮਾਰਦੀ ਹੈ, ਬਹੁਤ ਜ਼ਿਆਦਾ। ਜਦੋਂ ਉੱਚੀ ਚੀਕ ਜਲਾਦ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਹੈ, ਉਹ ਰੁਕ ਜਾਂਦਾ ਅਤੇ ਵੇਖਦਾ ਕਿਸ ਨੇ ਚੀਕ ਮਾਰੀ ਹੈ। ਉਸ ਸਮੇਂ ਉਹ ਕੀ ਵੇਖਦਾ ਵੀ ਇੱਕ ਬਜ਼ੁਰਗ ਮਾਤਾ ਹੈ ਜਿਹੜੀ ਦੌੜੀ ਆ ਰਹੀ ਹੈ, ਰੌਲਾ ਪਾਉਂਦੀ ਆ ਰਹੀ ਹੈ ਅਤੇ ਜਲਾਦ ਨੂੰ ਆ ਕੇ ਕਹਿੰਦੀ ਹੈ ਇਹ ਮੇਰਾ ਪੁੱਤਰ ਹੈ, ਇਹ ਸਿੱਖ ਨਹੀਂ ਹੈ, ਅਸਲ ਦੇ ਵਿੱਚ ਤੁਹਾਡੀ ਫੌਜ ਨੇ ਇਸ ਨੂੰ ਵੈਸੇ ਹੀ ਗ੍ਰਿਫਤਾਰ ਕਰਕੇ ਲੈ ਆਂਦਾ। ਇਹ ਬਜ਼ੁਰਗ ਮਾਤਾ ਬਟਾਲੇ ਦੀ ਰਹਿਣ ਵਾਲੀ ਹੈ। ਜਦੋਂ ਇਸ ਨੂੰ ਪਤਾ ਲੱਗਿਆ ਸੀ ਮੇਰੇ ਪੁੱਤਰ ਨੂੰ ਗ੍ਰਿਫਤਾਰ ਕਰਕੇ ਫੌਜ ਲੈ ਗਈ ਹੈ, ਉਸ ਸਮੇਂ ਬਟਾਲੇ ਦਾ ਦੀਵਾਨ ਹੈ ਰਤਨ ਚੰਦ, ਇਹ ਰਤਨ ਚੰਦ ਦੇ ਕੋਲ ਗਈ, ਉਸ ਦੇ ਕੋਲ ਬੜੇ ਤਰਲੇ ਲਏ, ਬੜੀਆਂ ਬੇਨਤੀਆਂ ਕੀਤੀਆਂ ਵੀ ਮੇਰਾ ਇੱਕੋ ਇੱਕ ਪੁੱਤਰ ਹੈ 22 ਸਾਲ ਦਾ, ਉਸ ਨੂੰ ਸਿੱਖ ਸਮਝ ਕੇ ਫੌਜ ਹੈ ਗ੍ਰਿਫਤਾਰ ਕਰਕੇ ਲੈ ਗਈ ਹੈ, ਤੁਸੀਂ ਮੇਰੀ ਮਦਦ ਕਰੋ, ਉਸ ਨੂੰ ਰਿਹਾ ਕਰਵਾ ਕੇ ਲਿਆਵੋ। ਰਤਨ ਚੰਦ ਨੂੰ ਬੜਾ ਤਰਸ ਆਇਆ ਇਸ ਬਜ਼ੁਰਗ ਮਾਤਾ ਤੇ। ਉਹ ਇਸ ਨੂੰ ਜੋ ਉਸ ਸਮੇਂ ਦਾ ਹਾਕਮ ਹੈ ਅਬਦੁਲ, ਉਸ ਦੇ ਕੋਲ ਲੈ ਜਾਂਦਾ। ਅਬਦੁਲ ਅਤੇ ਰਤਨ ਚੰਦ ਆਪਸ ਦੇ ਵਿੱਚ ਰਾਏ ਮਸ਼ਵਰਾ ਕਰਕੇ ਇੱਕ ਪੱਤਰ ਲਿਖਦੇ ਆ ਫਰਖਸ਼ੀਅਰ ਨੂੰ। ਉਸ ਪੱਤਰ ਦੇ ਵਿੱਚ ਲਿਖਿਆ ਹੁੰਦਾ ਹੈ ਵੀ ਇਹ ਜੋ ਬਜ਼ੁਰਗ ਮਾਤਾ ਦਾ ਤੁਸੀਂ ਪੁੱਤਰ ਗ੍ਰਿਫਤਾਰ ਕਰਕੇ ਲੈ ਕੇ ਆਏ ਹੋ, ਅਸੀਂ ਤਸਦੀਕ ਕਰਵਾਈ ਹੈ, ਉਹ ਨੌਜਵਾਨ ਲੜਕਾ ਅਸਲ ਦੇ ਵਿੱਚ ਗੁਰੂ ਦਾ ਸਿੱਖ ਨਹੀਂ ਹੈ। ਤੇ ਇਸ ਮਾਤਾ ਨੂੰ ਉਹ ਪੱਤਰ ਦਿੱਤਾ ਜਾਂਦਾ ਹੈ, ਚਿੱਠੀ ਦਿੱਤੀ ਜਾਂਦੀ ਹੈ ਵੀ ਤੁਸੀਂ ਦਿੱਲੀ ਵਿਖੇ ਜਾਵੋ ਫਰਖਸ਼ੀਅਰ ਦੇ ਦਰਬਾਰ ਦੇ ਵਿੱਚ ਅਤੇ ਇਹ ਪੱਤਰ ਵਿਖਾ ਦੇਣਾ ਫਰਖਸ਼ੀਅਰ ਨੂੰ, ਉਹ ਤੁਹਾਡੇ ਪੁੱਤਰ ਨੂੰ ਰਿਹਾ ਕਰ ਦੇਵੇਗਾ, ਆਜ਼ਾਦ ਕਰ ਦੇਵੇਗਾ। ਇਹ ਬਜ਼ੁਰਗ ਮਾਤਾ ਮਮਤਾ ਦੀ ਮਾਰੀ ਹੋਈ ਆਪਣੀ ਨੌਜਵਾਨ ਨੂੰਹ ਰਾਣੀ ਨੂੰ ਲੈ ਕੇ, ਕਿਉਂਕਿ ਜਿਹੜਾ ਇਹ ਲੜਕਾ ਹੈ ਨਾ 22 ਸਾਲ ਦਾ, ਇਹਦੀ ਕੁਝ ਕੁ ਮਹੀਨੇ ਪਹਿਲਾਂ ਸ਼ਾਦੀ ਹੋਈ ਹੈ, ਵਿਆਹ ਹੋਇਆ ਹੈ, ਇਹ ਆਪਣੀ ਨੌਜਵਾਨ ਨੂੰਹ ਰਾਣੀ ਨੂੰ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਦਿੱਲੀ ਦਰਬਾਰ ਦੇ ਵਿੱਚ ਪਹੁੰਚ ਜਾਂਦੀ ਹੈ। ਦਿੱਲੀ ਦਰਬਾਰ ਦੇ ਵਿੱਚ ਇਸ ਨੂੰ ਫਰਖਸ਼ੀਅਰ ਦੇ ਨਾਲ ਮਿਲਾਇਆ ਜਾਂਦਾ ਹੈ। ਫਰਖਸ਼ੀਅਰ ਕੋਲ ਇਹ ਤਰਲਾ ਕਰਦੀ ਹੈ ਵੀ ਮੈਂ ਆਹ ਪੱਤਰ ਲੈ ਕੇ ਆਈ ਹਾਂ, ਤੁਹਾਡੇ ਹਾਕਮਾਂ ਵੱਲੋਂ ਲਿਖਿਆ ਗਿਆ, ਇਸ ਨੂੰ ਪੜ੍ਹ ਲਵੋ। ਅਸਲ ਦੇ ਵਿੱਚ ਜਿਹੜਾ ਮੇਰਾ ਪੁੱਤਰ ਤੁਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਹੋ ਉਹ ਗੁਰੂ ਦਾ ਸਿੱਖ ਨਹੀਂ ਹੈ। ਜਦੋਂ ਫਰਖਸ਼ੀਅਰ ਉਹ ਪੱਤਰ ਪੜ੍ਹਦਾ ਹੈ ਨਾ, ਉਹਦੇ ਵਿੱਚ ਵਾਕਿਆ ਹੀ ਉਸ ਸਮੇਂ ਦੇ ਜਿਹੜੇ ਹਾਕਮ ਨੇ ਜਾਂ ਜੋ ਉਸ ਸਮੇਂ ਦੇ ਮੁਖੀ ਹਨ ਫਰਖਸ਼ੀਅਰ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਸੰਭਾਈ ਹੋਈ ਹੈ ਰਤਨ ਚੰਦ ਅਬਦੁਲ,
ਉਹਨਾਂ ਵੱਲੋਂ ਪੱਤਰ ਦੇ ਵਿੱਚ ਲਿਖਿਆ ਹੋਇਆ ਪੜ੍ਹਿਆ ਜਾਂਦਾ ਵੀ ਅਸੀਂ ਇਲਾਕੇ ਦੇ ਵਿੱਚੋਂ ਤਸਦੀਕ ਕਰਵਾਈ ਹੈ, ਇਹ ਜੋ ਬਜ਼ੁਰਗ ਮਾਤਾ ਤੁਹਾਡੇ ਦਰਬਾਰ ਦੇ ਵਿੱਚ ਆ ਰਹੀ ਹੈ ਇਹਦਾ ਪੁੱਤਰ ਸਿੱਖ ਨਹੀਂ ਹੈ। ਫਰਖਸ਼ੀਅਰ ਉਸ ਬਜ਼ੁਰਗ ਮਾਤਾ ਨੂੰ ਕਹਿੰਦਾ ਵੀ ਮਾਤਾ ਜੀ, ਮੈਂ ਤੁਹਾਡੇ ਪੁੱਤਰ ਨੂੰ ਆਜ਼ਾਦ ਕਰ ਦੇਵਾਂਗਾ। ਮੈਂ ਇਸ ਪੱਤਰ ਨੂੰ ਪੜ੍ਹ ਲਿਆ ਹੈ ਤੇ ਇਸ ਦੇ ਵਿੱਚ ਇਹ ਜ਼ਿਕਰ ਹੈ ਵੀ ਤੁਹਾਡਾ ਪੁੱਤਰ ਸਿੱਖ ਨਹੀਂ ਹੈ। ਮੈਂ ਤੁਹਾਡੇ ਪੁੱਤਰ ਨੂੰ ਆਜ਼ਾਦ ਵੀ ਕਰ ਦੇਵਾਂਗਾ ਤੇ ਤੁਹਾਨੂੰ ਬਹੁਤ ਜ਼ਿਆਦਾ ਧਨ ਦੌਲਤ ਵੀ ਦੇਵਾਂਗਾ। ਤੁਹਾਡੇ ਨਾਲ ਮੈਂ ਇਹ ਵਾਅਦਾ ਕਰਦਾ ਹਾਂ, ਲੇਕਿਨ ਮੈਨੂੰ ਇੱਕ ਗਵਾਹੀ ਦੀ ਹੋਰ ਲੋੜ ਹੈ। ਇਹ ਪੱਤਰ ਦੇ ਆਧਾਰਤ ਤੇ ਮੈਂ ਤੁਹਾਡੇ ਪੁੱਤਰ ਨੂੰ ਆਜ਼ਾਦ ਨਹੀਂ ਕਰ ਸਕਦਾ, ਮੈਨੂੰ ਇੱਕ ਗਵਾਹੀ ਦੀ ਉਹ ਹੋਰ ਲੋੜ ਹੈ। ਉਹ ਮਮਤਾ ਦੀ ਮਾਰੀ ਬਜ਼ੁਰਗ ਮਾਤਾ ਆਪਣੀ ਨੂੰਹ ਰਾਣੀ ਨੂੰ ਅੱਗੇ ਕਰ ਦਿੰਦੀ ਹੈ ਵੀ ਇਹ ਉਸ ਦੀ ਪਤਨੀ ਹੈ, ਇਸ ਦੀ ਗਵਾਹੀ ਲੈ ਲਵੋ। ਇਹ ਵੀ ਦੱਸੇਗੀ ਵੀ ਸਾਡਾ ਲੜਕਾ ਜਿਹੜਾ ਇਸ ਦਾ ਪਤੀ ਹੈ ਉਹ ਗੁਰੂ ਦਾ ਸਿੱਖ ਨਹੀਂ ਹੈ। ਫਰਖਸ਼ੀਅਰ ਕਹਿੰਦਾ ਵੀ ਇਸ ਦੀ ਗਵਾਹੀ ਨਹੀਂ ਮੰਨੀ ਜਾਣੀ। ਉਹ ਬਜ਼ੁਰਗ ਮਾਤਾ ਕਹਿੰਦੀ ਵੀ ਮੈਂ ਹੁਣ ਇੱਥੇ ਇੰਨੀ ਦੂਰ ਤੋਂ ਚੱਲ ਕੇ ਆਈ ਹਾਂ ਤੇ ਮੈਨੂੰ ਤਾਂ ਇੱਥੇ ਕੋਈ ਜਾਣਦਾ ਪਹਿਚਾਣਦਾ ਵੀ ਨਹੀਂ, ਮੈਂ ਹੋਰ ਕਿਸ ਦੀ ਗਵਾਹੀ ਪਵਾ ਸਕਦੀ ਹਾਂ? ਹੋਰ ਤਾਂ ਕੋਈ ਹੈ ਹੀ ਨਹੀਂ ਇੱਥੇ ਜਿਹੜਾ ਮੇਰੇ ਹੱਕ ਦੇ ਵਿੱਚ ਗਵਾਹੀ ਦੇ ਦੇਵੇ, ਤੁਹਾਨੂੰ ਦੱਸ ਦੇਵੇ ਮੇਰਾ ਪੁੱਤਰ ਗੁਰੂ ਦਾ ਸਿੱਖ ਨਹੀਂ ਹੈ। ਉਹ ਫਰਖਸ਼ੀਅਰ ਕਹਿੰਦਾ ਅਸਲ ਦੇ ਵਿੱਚ ਇੱਕ ਹੈ, ਇੱਕ ਵਿਅਕਤੀ ਹੈ ਜਿਹੜਾ ਗਵਾਹੀ ਦੇ ਸਕਦਾ ਹੈ ਤੇ ਉਹ ਤੁਹਾਡਾ ਪੁੱਤਰ ਹੈ। ਜੇਕਰ ਤੁਹਾਡਾ ਪੁੱਤਰ ਇੱਕ ਵਾਰੀ ਕਹਿ ਦੇਵੇ ਨਾ ਵੀ ਮੈਂ ਗੁਰੂ ਦਾ ਸਿੱਖ ਨਹੀਂ, ਅਸੀਂ ਉਸ ਨੂੰ ਆਜ਼ਾਦ ਕਰ ਦਿਆਂਗੇ। ਕਿਉਂਕਿ ਫਰਖਸ਼ੀਅਰ ਦਾ ਵੀ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਹੈ ਵੀ ਅਸੀਂ ਇੰਨੇ ਸਿੱਖ ਗ੍ਰਿਫਤਾਰ ਕਰਕੇ ਲੈ ਕੇ ਆਂਦੇ ਹੈ, ਅੱਜ ਤੱਕ ਅਸੀਂ 100 ਸਿੱਖ ਹਰ ਰੋਜ਼ ਸ਼ਹੀਦ ਕਰ ਰਹੇ ਹਾਂ, ਪਰ ਇੱਕ ਵੀ ਸਿੱਖ ਇਹੋ ਜਿਹਾ ਨਹੀਂ ਲੱਭਿਆ ਜਿਸ ਨੇ ਕਹਿਆ ਹੋਵੇ ਵੀ ਮੈਂ ਗੁਰੂ ਦਾ ਸਿੱਖ ਨਹੀਂ। ਆਖਰ ਉਹਨਾਂ ਨੇ ਵੀ ਇਤਿਹਾਸ ਦੇ ਵਿੱਚ ਲਿਖਣਾ ਨਾ। ਫਰਖਸ਼ੀਅਰ ਨੂੰ ਪਤਾ ਹੈ ਵੀ ਜੇ ਕਿਤੇ ਇੱਕ ਵੀ ਸਿੱਖ ਨੇ ਕਹਿ ਦਿੱਤਾ ਨਾ ਵੀ ਮੈਂ ਸਿੱਖ ਨਹੀਂ, ਤਾਂ ਅਸੀਂ ਇਸੇ ਗੱਲ ਨੂੰ ਬਹੁਤ ਹਾਈਲਾਈਟ ਕਰ ਦੇਣਾ, ਬਹੁਤ ਪ੍ਰਚਾਰ ਦੇਣਾ ਵੀ ਸਾਡੇ ਤਸੀਹਾਂ ਤੋਂ ਡਰਦਿਆਂ ਹੋਇਆਂ ਫਲਾਣੇ ਸਿੱਖ ਨੇ ਇਸਲਾਮ ਮਤ ਨੂੰ ਕਬੂਲ ਕਰ ਲਿਆ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ। ਉਹ ਵੀ ਚਾਹੁੰਦਾ ਵੀ ਕੋਈ ਨਾ ਕੋਈ ਤਾਂ ਹੋਵੇ ਨਾ ਜਿਹੜਾ ਸਿੱਖੀ ਨੂੰ ਤਿਲਾਂਜਲੀ ਦੇਵੇ। ਉਹ ਤਾਂ ਰੋਜ਼ ਜਲਾਦ ਦੇ ਕੋਲੋਂ ਜਾ ਕੇ ਪੁੱਛਦਾ ਵੀ ਕੋਈ ਤਿਆਰ ਹੋਇਆ ਇਸਲਾਮ ਮਤ ਨੂੰ ਕਬੂਲ ਕਰਨ ਦੇ ਲਈ। ਹੁਣ ਫਰਖਸ਼ੀਅਰ ਦੇ ਅੱਖਾਂ ਦੇ ਵਿੱਚ ਚਮਕ ਆ ਗਈ ਹੈ ਵੀ ਅੱਜ ਹੋ ਸਕਦਾ ਹੈ ਉਹ ਨੌਜਵਾਨ ਆਪਣੀ ਜ਼ਬਾਨ ਤੋਂ ਕਹਿ ਦਵੇ ਮੈਂ ਗੁਰੂ ਦਾ ਸਿੱਖ ਨਹੀਂ। ਫਰਖਸ਼ੀਅਰ ਉਸ ਮਾਤਾ ਨੂੰ ਕਹਿੰਦਾ ਵੀ ਤੇਰੇ ਪੁੱਤਰ ਦੀ ਗਵਾਹੀ ਚਾਹੀਦੀ ਹੈ। ਹੁਣ ਮਾਤਾ ਜਿਹੜੀ ਉਹ ਦੌੜ ਕੇ ਜਦੋਂ ਜਿੱਥੇ ਸ਼ਹੀਦ ਕੀਤੇ ਜਾ ਰਹੇ ਆ ਸਿੱਖ ਉੱਥੇ ਪਹੁੰਚਦੀ ਹੈ ਤੇ ਉੱਥੇ ਉਸੇ ਟਾਈਮ ਉਹਦੇ ਪੁੱਤਰ ਨੂੰ ਹੀ ਸ਼ਹੀਦ ਕਰਨ ਲੱਗਦੇ ਆ ਜਲਾਦ, ਤੇ ਉਹ ਉੱਚੀ ਦੇਣੇ ਚੀਕ ਮਾਰਦੀ ਹੈ, ਜਲਾਦ ਰੁਕ ਜਾਂਦਾ। ਉਹ ਬਜ਼ੁਰਗ ਮਾਤਾ ਜਾ ਕੇ ਕਹਿੰਦੀ ਹੈ ਵੀ ਮੇਰਾ ਪੁੱਤਰ ਸਿੱਖ ਨਹੀਂ ਹੈ, ਇਸ ਨੂੰ ਤੁਸੀਂ ਸ਼ਹੀਦ ਨਾ ਕਰੋ। ਅਤੇ ਉਹ ਆਪਣੇ ਪੁੱਤਰ ਦੇ ਨਾਲ ਗੱਲ ਕਰਦੀ ਹੈ ਵੀ ਮੈਂ ਫਰਖਸ਼ੀਅਰ ਦੇ ਦਰਬਾਰ ਦੇ ਵਿੱਚੋਂ ਆ ਰਹੀ ਹਾਂ, ਉਸਨੇ ਮੇਰੇ ਨਾਲ ਵਾਅਦਾ ਕੀਤਾ ਹੈ ਵੀ ਤੁਹਾਡੇ ਪੁੱਤਰ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਇੱਕ ਵਾਰੀ ਤੁਹਾਡਾ ਪੁੱਤਰ ਕਹਿ ਦਵੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ। ਹੁਣ ਜੇਕਰ ਵੇਖਿਆ ਜਾਵੇ ਨਾ, ਇਸ ਮਾਤਾ ਦਾ ਕੋਈ ਕਸੂਰ ਨਹੀਂ ਹੈ, ਮਮਤਾ ਦੀ ਮਾਰੀ ਹੋਈ ਹੈ ਮਾਤਾ, ਬਜ਼ੁਰਗ ਮਾਤਾ ਹੈ, ਇੱਕੋ ਇੱਕ ਆਸਰਾ ਹੈ, ਇੱਕੋ ਇੱਕ ਪੁੱਤਰ, ਨੌਜਵਾਨ ਨੂੰਹ ਰਾਣੀ ਹੈ, ਥੋੜ੍ਹਾ ਸਮਾਂ ਪਹਿਲਾਂ ਵਿਆਹ ਹੋਇਆ। ਆਖਰ ਜਦੋਂ ਇਹ ਮਮਤਾ ਦੀ ਮਾਰੀ ਇਸ ਤਰ੍ਹਾਂ ਕਹਿੰਦੀ ਹੈ ਨਾ ਵੀ ਬੇਟਾ ਇੱਕ ਵਾਰ ਕਹਿ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ, ਤੈਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਸਾਡੀ ਬਜ਼ੁਰਗੀ ਦੇ ਵਿੱਚ ਤੂੰ ਹੀ ਸਾਡਾ ਆਸ ਰਹੇਗਾ।
ਪਰ ਜਿਹੜਾ ਉਹ ਪੁੱਤਰ ਹੈ ਨਾ 22 ਸਾਲ ਦਾ, ਉਹ ਜਲਾਦ ਨੂੰ ਕਹਿੰਦਾ ਵੀ ਕਿਉਂ ਐਵੇਂ ਵਕਤ ਬਰਬਾਦ ਕੀਤਾ, ਅਸਲ ਦੇ ਵਿੱਚ ਇਹ ਮੇਰੀ ਮਾਂ ਨਹੀਂ ਹੈ, ਮੇਰੀ ਮਾਂ ਸਾਹਿਬ ਕੌਰ ਹੈ ਤੇ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਤੁਹਾਨੂੰ ਭੁਲੇਖਾ ਲੱਗ ਗਿਆ, ਤੁਸੀਂ ਕਿਉਂ ਸਮਾਂ ਬਰਬਾਦ ਕੀਤਾ, ਤੁਸੀਂ ਮੈਨੂੰ ਸ਼ਹੀਦ ਕਰੋ ਤੇ ਮੈਨੂੰ ਆਪਣੇ ਭਰਾਵਾਂ ਦੇ ਨਾਲ ਰਲਾ ਦੇਵੋ। ਇਸ ਤਰ੍ਹਾਂ ਦਾ ਜਵਾਬ ਦਿੱਤਾ ਜਾਂਦਾ ਹੈ। ਜਦੋਂ ਉਹ ਬਜ਼ੁਰਗ ਮਾਤਾ ਦੀ ਕੋਈ ਪੇਸ਼ ਨਹੀਂ ਚੱਲਦੀ, ਉਹ ਆਪਣੀ ਨੂੰਹ ਰਾਣੀ ਨੂੰ ਵੀ ਅੱਗੇ ਕਰਦੀ ਹੈ ਵੀ ਘੱਟ ਤੋਂ ਘੱਟ ਇਹਦੀ ਜ਼ਿੰਦਗੀ ਬਾਰੇ ਤਾਂ ਸੋਚਣਾ, ਜਿਸ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਕਿਉਂਕਿ ਨੌਜਵਾਨੀ ਦੇ ਵਿੱਚ ਮਨੁੱਖ ਦੇ ਉੱਪਰ ਵਿਕਾਰ ਹਾਵੀ ਹੁੰਦੇ ਆ, ਵੀ ਹੋ ਸਕਦਾ ਉਹਦੇ ਮਨ ਦੇ ਵਿੱਚ ਆਪਣੀ ਪਤਨੀ ਦੇ ਪ੍ਰਤੀ ਕੋਈ ਪ੍ਰੀਤ ਪੈਦਾ ਹੋਵੇ, ਕੋਈ ਦਰਦ ਪੈਦਾ ਹੋਵੇ ਵੀ ਜਿਸ ਨੂੰ ਮੈਂ ਵਿਆਹ ਕੇ ਲੈ ਕੇ ਆਨਾ, ਇਸ ਦੀ ਜ਼ਿੰਦਗੀ ਵੀ ਖਤਮ ਹੋਵੇਗੀ, ਇਹਦੀ ਜ਼ਿੰਦਗੀ ਦੇ ਵਿੱਚ ਵੀ ਦੁੱਖਾਂ ਦੇ ਪਹਾੜ ਟੁੱਟਣੇ ਆ ਜਦੋਂ ਮੈਂ ਸ਼ਹੀਦ ਹੋ ਗਿਆ, ਉਹਦਾ ਵੀ ਵਾਸਤਾ ਪਾਇਆ ਜਾਂਦਾ ਹੈ। ਲੇਕਿਨ ਉਸ ਨੌਜਵਾਨ ਲੜਕੇ ਦਾ ਜਵਾਬ ਹੀ ਇਹ ਹੁੰਦਾ ਵੀ ਅਸਲ ਦੇ ਵਿੱਚ ਮੇਰੀ ਮਾਤਾ ਸਾਹਿਬ ਕੌਰ ਹੈ, ਜਿਹੜੀ ਮੈਨੂੰ ਧਰਮ ਦੇ ਵਿੱਚ ਪੱਕਿਆਂ ਰਹਿਣ ਦੀ ਸਿੱਖਿਆ ਉਪਦੇਸ਼ ਬਖਸ਼ਿਸ਼ ਕਰਦੀ ਹੈ, ਇਹ ਮੇਰੀ ਮਾਤਾ ਨਹੀਂ ਹੈ। ਕਿਸੇ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ, ਆਸ਼ਿਕ ਜੋ ਹੋਤੇ हैं शहादत के वो जीना छोड़ देते हैं, खिलौना समझ कर जिस्म को खुशी से फोड़ देते हैं, ना तख्तो ताज ना हूरों की हसरत, खुदा भी दे खुदाई तो वापस मोड़ देते हैं। ਇਸ ਬੱਚੇ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਅਤੇ ਇਹ ਸ਼ਹਾਦਤ ਦੀ ਦਾਤ ਪ੍ਰਾਪਤ ਕਰਦਾ ਹੈ। ਬਜ਼ੁਰਗ ਮਾਤਾ ਦੇ ਕਹਿਣ 'ਤੇ ਇਹ ਵਾਪਸ ਨਹੀਂ ਮੁੜਦਾ। ਇਹ ਇਸੇ ਗੱਲ ਨੂੰ ਹੀ ਸਵੀਕਾਰ ਕਰਦਾ ਵੀ ਮੈਂ ਗੁਰੂ ਦਾ ਸਿੱਖ ਹਾਂ ਅਤੇ ਮੇਰੇ ਨਾਲ ਦੇ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਮੈਂ ਵੀ ਸ਼ਹਾਦਤ ਪ੍ਰਾਪਤ ਕਰਾਂਗਾ। ਅਸਲ ਦੇ ਵਿੱਚ ਮੈਂ ਬੇਨਤੀ ਕਰਾਂ, ਗੁਰੂ ਦੇ ਨਾਲ ਜਿਹੜਾ ਰਿਸ਼ਤਾ ਹੈ ਨਾ ਸਿੱਖ ਦਾ, ਉਹ ਵਿਸ਼ਵਾਸ ਦਾ ਅਤੇ ਜਾਂ ਪ੍ਰੀਤ ਦਾ। ਜੇਕਰ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ, ਗੁਰੂ ਦੇ ਨਾਲ ਪ੍ਰੀਤ ਨਹੀਂ ਹੈ, ਭਾਵੇਂ ਮੇਰੇ ਵਰਗਾ ਕੋਈ ਵਿਅਕਤੀ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕਥਾ ਵਿਚਾਰ ਹੀ ਕਿਉਂ ਨਾ ਕਰਦਾ ਹੋਵੇ, ਜੇ ਅੰਦਰ ਵਿਸ਼ਵਾਸ ਤੇ ਪ੍ਰੀਤ ਨਹੀਂ ਹੈ ਤੇ ਗੁਰੂ ਤੋਂ ਕੋਹਾਂ ਦੂਰ ਹੈ। ਗੁਰੂ ਦੇ ਨੇੜੇ ਕਿਹੜਾ ਸਿੱਖ ਹੈ ਜਿਸ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਵਿਸ਼ਵਾਸ ਹੈ ਤੇ ਗੁਰੂ ਦੇ ਨਾਲ ਪ੍ਰੀਤ ਹੈ। ਇੱਕ ਵਿਦਵਾਨ ਹੋਇਆ ਸਾਡੀ ਕੌਮ ਦੇ ਵਿੱਚ, ਹਰਭਜਨ ਸਿੰਘ। ਇਹ ਬਹੁਤ ਸਮਾਂ ਪਹਿਲਾਂ ਸ਼ਹੀਦ ਸਿੱਖ ਮਿਸਰਣੀ ਕਾਲਜ ਜੋ ਅੰਮ੍ਰਿਤਸਰ ਦੇ ਵਿੱਚ ਹੈ, ਉਸ ਦੇ ਵਿੱਚ ਵੀ ਇਹਨੇ ਸੇਵਾਵਾਂ ਨਿਭਾਈਆਂ ਨੇ। ਇਹ ਆਪਣੀ ਤਨਖਾਹ ਦੇ ਵਿੱਚੋਂ ਉਨੇ ਕੁ ਹੀ ਰੁਪਈਏ ਲੈਂਦਾ ਸੀ ਜਿੰਨੇ ਇਹਨੂੰ ਲੋੜ ਹੁੰਦੀ ਸੀ। ਬਾਕੀ ਉੱਥੇ ਜਿਹੜੇ ਵਿਦਿਆਰਥੀ ਹੁੰਦੇ ਸਨ ਕਾਲਜ ਦੇ ਵਿੱਚ, ਉਹਨਾਂ ਦੇ ਉੱਪਰ ਹੀ ਖਰਚ ਕਰ ਦਿੱਤਾ ਜਾਂਦਾ ਸੀ। ਬਾਕੀ ਦਾ ਜੋ ਧਨ ਦੌਲਤ, ਜੋ ਤਨਖਾਹ ਰੁਪਈਏ ਇਸ ਨੂੰ ਮਿਲਦੇ ਸਨ। ਇਹ ਆਪਣੇ ਪੁੱਤਰ ਨੂੰ ਲੈ ਕੇ, ਜਿਹੜਾ 10 ਸਾਲ ਦਾ, ਆਨੰਦਪੁਰ ਵਿਖੇ ਅੰਮ੍ਰਿਤ ਛਕਾਉਣ ਦੇ ਲਈ ਚਲਿਆ ਗਿਆ। ਹੁਣ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਉਸ ਕਮਰੇ ਦੇ ਵਿੱਚ, ਹਾਲ ਦੇ ਵਿੱਚ, ਦਰਬਾਰ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਹੀ ਅੰਦਰ ਬਿਠਾਇਆ ਜਾਂਦਾ ਜਿਨ੍ਹਾਂ ਨੇ ਖੰਡੇ ਕੀ ਪਹੁਲ ਛਕਣੀ ਹੁੰਦੀ ਹੈ, ਬਾਕੀ ਸੰਗਤ ਬਾਹਰ ਹੁੰਦੀ ਹੈ। ਹੁਣ ਇਹ 10 ਸਾਲ ਦਾ ਬੱਚਾ ਹੈਗਾ, ਮਾਸੂਮ ਬੱਚਾ ਹੈ। 5 ਪਿਆਰੇ ਇਸ ਨੂੰ ਸਵਾਲ ਕਰਦੇ ਆ ਵੀ ਤੇਰੀ ਉਮਰ ਬਹੁਤ ਥੋੜ੍ਹੀ ਹੈ, ਬਹੁਤ ਛੋਟਾ ਹੈ ਤੂੰ, ਖੰਡੇ ਕੀ ਪਹੁਲ ਦੀ ਮਰਿਆਦਾ ਰੱਖਣੀ, ਇਸ ਨੂੰ ਨਿਭਾਉਣਾ ਤੇਰੇ ਵੱਸ ਦੀ ਗੱਲ ਨਹੀਂ, ਤੂੰ ਬਹੁਤ ਨਿਆਣਾ ਹੈ, ਤੈਨੂੰ ਅਸੀਂ ਖੰਡੇ ਕੀ ਪਹੁਲ ਨਹੀਂ ਛਕਾ ਸਕਦੇ, ਜਦੋਂ ਤੂੰ ਵੱਡਾ ਹੋ ਗਿਆ ਨਾ ਫਿਰ ਬਾਅਦ ਦੇ ਵਿੱਚ ਆ ਜਾਣਾ। ਤੇ ਜਾਂ ਫਿਰ ਜੇਕਰ ਤੇਰੇ ਨਾਲ ਕੋਈ ਆਇਆ ਹੈਗਾ, ਤੇਰਾ ਕੋਈ ਮਾਤਾ ਪਿਤਾ, ਕੋਈ ਰਿਸ਼ਤੇਦਾਰ, ਸਾਖ ਸੰਬੰਧੀ, ਉਸ ਦੇ ਨਾਲ ਸਾਡੀ ਗੱਲ ਕਰਵਾ ਦੇ। ਇਹ ਜਿਹੜਾ ਮਾਸੂਮ ਬੱਚਾ ਹੈ 10 ਸਾਲ ਦਾ, ਇਹ 5 ਪਿਆਰੇ ਸਾਹਿਬਾਨ ਨੂੰ ਬੇਨਤੀ ਕਰਦਾ ਹੈ
ਵੀ ਮੇਰੇ ਨਾਲ ਮੇਰਾ ਪਿਤਾ ਆਇਆ, ਉਹ ਬਾਹਰ ਹੈ, ਜੇਕਰ ਤੁਸੀਂ ਕਹੋ ਤਾਂ ਮੈਂ ਉਸ ਨੂੰ ਬੁਲਾ ਲੈਂਦਾ ਹਾਂ। ਪੰਜ ਪਿਆਰੇ ਇਸ ਨੂੰ ਇਜਾਜ਼ਤ ਦਿੰਦੇ ਆ ਵੀ ਜਾ ਕੇ ਤੇਰੇ ਪਿਤਾ ਨੂੰ ਬੁਲਾ ਕੇ ਲਿਆ ਦਰਬਾਰ ਦੇ ਵਿੱਚ। ਦਰਬਾਰ ਦੇ ਵਿੱਚ ਹਰਭਜਨ ਸਿੰਘ ਆਉਂਦਾ ਹੈ ਤੇ ਆ ਕੇ ਬੇਨਤੀ ਕਰਦਾ ਪੰਜ ਪਿਆਰਿਆਂ ਨੂੰ। ਪੰਜ ਪਿਆਰੇ ਕਹਿੰਦੇ ਹਨ ਵੀ ਤੁਹਾਡੇ ਬੱਚੇ ਦੀ ਉਮਰ ਬਹੁਤ ਛੋਟੀ ਹੈ, 10 ਸਾਲ ਦਾ ਹੈ, ਖੰਡੇ ਕੀ ਪਹੁਲ ਦੀ ਮਰਿਆਦਾ ਇਸ ਤੋਂ ਨਿਭਾਈ ਨਹੀਂ ਜਾਣੀ। ਜੇਕਰ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਕਿ ਅਸੀਂ ਆਪਣੇ ਬੱਚੇ ਦੀ ਜੋ ਖੰਡੇ ਕੀ ਪਹੁਲ ਦੀ ਮਰਿਆਦਾ ਉਸ ਦੇ ਵਿੱਚ ਇਸ ਨੂੰ ਪਰਪੱਕ ਕਰ ਦੇਵਾਂਗੇ, ਅਸੀਂ ਜ਼ਿੰਮੇਵਾਰੀ ਨਿਭਾਵਾਂਗੇ, ਅਸੀਂ ਜੋ ਗੁਰੂ ਦੇ ਨਾਲ ਇਸ ਦਾ ਰਿਸ਼ਤਾ ਨਵਾਂ ਪੈ ਰਿਹਾ ਹੈ ਇਸ ਨੂੰ ਨਿਭਾ ਦੇਵਾਂਗੇ। ਜੇਕਰ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਤਾਂ ਅਸੀਂ ਖੰਡੇ ਕੀ ਪਹੁਲ ਛਕਾ ਦਿੰਦੇ ਹਾਂ। ਹਰਭਜਨ ਸਿੰਘ ਹੱਥ ਜੋੜ ਕੇ ਬੇਨਤੀ ਕਰਦਾ ਪੰਜ ਪਿਆਰਿਆਂ ਨੂੰ, ਕਹਿੰਦਾ ਵੀ ਮੈਂ ਸਿਰਫ ਬੇਨਤੀ ਕਰਨੀ ਹੈ, ਮੈਂ ਇੱਥੇ ਕੋਈ ਤਰਕ ਨਹੀਂ ਕਰ ਰਿਹਾ, ਮੈਂ ਇੱਥੇ ਤੁਹਾਨੂੰ ਕੋਈ ਸਮਝਾ ਨਹੀਂ ਰਿਹਾ। ਮੇਰੇ ਵੱਲੋਂ ਇੱਕ ਜੋਦੜੀ ਹੈ, ਜੇਕਰ ਤੁਹਾਨੂੰ ਇਹ ਜੋਦੜੀ ਚੰਗੀ ਲੱਗੀ ਤਾਂ ਤੁਸੀਂ ਖੰਡੇ ਕੀ ਪਹੁਲ ਛਕਾ ਦਿਓ ਤੇ ਨਹੀਂ ਅਸੀਂ ਵਾਪਸ ਚਲੇ ਜਾਵਾਂਗੇ। ਕਹਿੰਦਾ ਅਸਲ ਦੇ ਵਿੱਚ ਮੈਂ ਤਾਂ ਆਪਣੇ ਪੁੱਤਰ ਦਾ ਆਪਣੇ ਨਾਲੋਂ ਰਿਸ਼ਤਾ ਖਤਮ ਕਰਕੇ ਪਿਓ ਪੁੱਤਰ ਦਾ ਖੰਡੇ ਕੀ ਪਹੁਲ ਛਕਾ ਕੇ ਇਹਦਾ ਰਿਸ਼ਤਾ ਜਿਹੜਾ ਪਿਓ ਪੁੱਤਰ ਵਾਲਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜਨਾ ਹੈ। ਖੰਡੇ ਕੀ ਪਹੁਲ ਛਕਣ ਤੋਂ ਬਾਅਦ ਇਹਦਾ ਪਿਤਾ ਗੁਰੂ ਗੋਬਿੰਦ ਸਿੰਘ ਹੋਣਾ ਤੇ ਇਹਦੀ ਮਾਤਾ ਸਾਹਿਬ ਕੌਰ ਹੋਣੀ ਹੈ। ਮੇਰੇ ਘਰ ਦੇ ਵਿੱਚ ਤਾਂ ਇਸ ਨੇ ਜਨਮ ਲਿਆ ਤੇ ਮੈਂ ਤਾਂ ਇਸ ਦੀ ਚੌਕੀਦਾਰੀ ਕੀਤੀ ਹੈ, ਇਸ ਨੂੰ ਪਾਲਿਆ ਪੋਸ਼ਿਆ, ਪਰ ਜਦੋਂ ਖੰਡੇ ਕੀ ਪਹੁਲ ਛਕਲੀ ਨਾ ਉਦੋਂ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋਣਾ ਤੇ ਮਾਤਾ ਸਾਹਿਬ ਕੌਰ ਦਾ ਪੁੱਤਰ ਹੋਣਾ। ਜੇਕਰ ਤੁਸੀਂ ਮਰਿਆਦਾ ਦੀ ਜ਼ਿੰਮੇਵਾਰੀ ਲੈਣੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ, ਕਿਉਂਕਿ ਉਹ ਇਸ ਦਾ ਪਿਤਾ ਹੋਣਾ। ਜੇ ਉਹ ਜ਼ਿੰਮੇਵਾਰੀ ਲੈਂਦਾ ਹੈ ਕਿ ਅਸੀਂ ਇਸ ਦੀ ਖੰਡੇ ਕੀ ਪਹੁਲ ਦੀ ਜ਼ਿੰਮੇਵਾਰੀ ਨਿਭਾ ਦੇਵਾਂਗੇ ਤਾਂ ਤੁਸੀਂ ਖੰਡੇ ਕੀ ਪਹੁਲ ਛਕਾ ਦਿਓ। ਜੇ ਗੁਰੂ ਗੋਬਿੰਦ ਸਿੰਘ ਜੀ ਇਨਕਾਰ ਕਰਦੇ ਆ ਫਿਰ ਤੁਸੀਂ ਨਾ ਛਕਾਓ। ਤੇ ਉਸ ਬੱਚੇ ਨੂੰ ਖੰਡੇ ਕੀ ਪਹੁਲ ਦੀ ਦਾਤ ਉਹਨਾਂ ਪੰਜ ਪਿਆਰਿਆਂ ਨੇ ਬਖਸ਼ਿਸ਼ ਕੀਤੀ। ਅਸਲ ਦੇ ਵਿੱਚ ਮੈਂ ਇਹ ਗੱਲ ਤੁਹਾਡੇ ਨਾਲ ਵਿੱਚੋਂ ਤਾਂ ਸਾਂਝੀ ਕੀਤੀ ਹੈ ਵੀ ਗੁਰੂ ਦੇ ਨਾਲ ਜਿਹੜਾ ਰਿਸ਼ਤਾ ਹੈ ਨਾ ਉਹ ਵਿਸ਼ਵਾਸ ਅਤੇ ਪ੍ਰੀਤ ਦਾ ਹੁੰਦਾ ਹੈ। ਜੇਕਰ ਅੰਦਰ ਪ੍ਰੀਤ ਅਤੇ ਗੁਰੂ ਦੇ ਉੱਪਰ ਵਿਸ਼ਵਾਸ ਹੀ ਨਹੀਂ, ਭਾਵੇਂ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਕਥਾ ਵਿਚਾਰ ਕਿਉਂ ਨਾ ਕਰਦੇ ਹੋਈਏ ਤਾਂ ਵੀ ਗੁਰੂ ਤੋਂ ਬਹੁਤ ਕੋਹਾਂ ਦੂਰ ਹਾਂ। ਹੁਣ ਇਸ ਬੱਚੇ ਦਾ ਵਿਸ਼ਵਾਸ ਤੇ ਗੁਰੂ ਦੇ ਨਾਲ ਪਿਆਰ ਹੀ ਇੰਨਾ ਸੀ ਕਿ ਇਸ ਦੀ ਮਾਤਾ ਵੱਲੋਂ ਜਿਹੜੇ ਤਰਲੇ ਕੀਤੇ ਗਏ ਆ ਉਹ ਤਰਲੇ ਵੀ ਬੱਚੇ ਦੇ ਮਨ ਤੇ ਪ੍ਰਭਾਵ ਨਹੀਂ ਪਾ ਸਕੇ। ਉਹ 22 ਸਾਲ ਦਾ ਬੱਚਾ ਸ਼ਹਾਦਤ ਪ੍ਰਾਪਤ ਕਰ ਗਿਆ। ਇਸ ਤਰੀਕੇ ਦੇ ਨਾਲ ਹਰ ਰੋਜ਼ ਤਕਰੀਬਨ 100 ਸਿੱਖ ਸ਼ਹੀਦ ਕੀਤਾ ਜਾਂਦਾ ਹੈ। 12 ਮਾਰਚ 1716 ਈਸਵੀ ਤੱਕ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। 9 ਜੂਨ 1716 ਈਸਵੀ ਨੂੰ, ਹੁਣ ਸਮਾਂ ਵੇਖ ਲਓ ਕਿੰਨਾ ਲੰਘ ਗਿਆ। 12 ਮਾਰਚ ਤੋਂ ਲੈ ਕੇ ਅਪ੍ਰੈਲ ਮਈ ਇਹ ਮਹੀਨੇ ਲੰਘ ਗਏ ਹੈ। ਮਾਰਚ ਦਾ ਮਹੀਨਾ ਵੀ ਤਕਰੀਬਨ ਸਾਰਾ ਲੰਘ ਗਿਆ। 9 ਜੂਨ ਦਾ ਸਮਾਂ ਆ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਇਸ ਦੀ ਪਤਨੀ ਸੁਸ਼ੀਲ ਕੌਰ, ਇੱਕ ਇਸ ਦੀ ਗੋਲੀ ਜੋ ਸੁਸ਼ੀਲ ਕੌਰ ਦੀ ਨੌਕਰਾਣੀ ਸੀ, ਇਸ ਦੇ ਨਾਲ ਇੱਕ ਹੋਰ ਔਰਤ ਹੈ ਅਤੇ ਇਸ ਦਾ ਇੱਕ ਪੁੱਤਰ ਅਜੇ ਸਿੰਘ 4 ਸਾਲ ਦਾ ਤੇ ਬੰਦਾ ਸਿੰਘ ਬਹਾਦਰ।
ਮੈਂ ਰੁਕ ਕੇ ਇਹ ਵੀ ਬੇਨਤੀ ਕਰ ਦੇਵਾਂ, ਜੋ ਸੁਸ਼ੀਲ ਕੌਰ ਹੈ ਇਸ ਦੀ ਪਤਨੀ ਬਾਬਾ ਬੰਦਾ ਸਿੰਘ ਬਹਾਦਰ ਦੀ, ਅਤੇ ਜੋ ਇਸ ਦੇ ਨਾਲ ਇੱਕ ਗੋਲੀ ਸੀ ਨੌਕਰਾਣੀ, ਇਹ ਦੋਵੇਂ, ਇਹਨਾਂ ਦਾ ਇਤਿਹਾਸ ਕੀ ਹੈ ਇੱਥੋਂ ਬਾਅਦ ਨਹੀਂ ਮਿਲਦਾ। ਇਹਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਇਹ ਚਲੇ ਗਏ ਕਿਸੇ ਪਾਸੇ ਜਾਂ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਕੋਈ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਉਂਦਾ। ਅਤੇ ਜੇਕਰ ਅਸੀਂ ਅੰਦਾਜ਼ਾ ਲਾ ਕੇ ਵੇਖੀਏ ਜਿਹੜੇ ਤਰੀਕੇ ਨਾਲ ਸਿੱਖ ਸ਼ਹੀਦ ਕੀਤੇ ਗਏ ਹੈ, ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕੀਤਾ ਜਾਣਾ, 4 ਸਾਲ ਦੇ ਮਾਸੂਮ ਬੱਚੇ ਨੂੰ ਵੀ ਸ਼ਹੀਦ ਕੀਤਾ ਜਾਣਾ, ਮੈਨੂੰ ਨਹੀਂ ਲੱਗਦਾ ਵੀ ਸੁਸ਼ੀਲ ਕੌਰ ਨੂੰ ਰਿਹਾ ਕਰ ਦਿੱਤਾ ਹੋਵੇਗਾ, ਜਾਂ ਇਸ ਦੇ ਨਾਲ ਜੋ ਇੱਕ ਹੋਰ ਔਰਤ ਹੈ ਨੌਕਰਾਣੀ ਦੇ ਰੂਪ ਦੇ ਵਿੱਚ, ਉਹਨੂੰ ਰਿਹਾ ਕੀਤਾ ਹੋਣਾ। ਹੋ ਸਕਦਾ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਹੋਵੇ ਅੰਦਾਜ਼ੇ ਮੁਤਾਬਕ ਜੇ ਆਪਾਂ ਗੱਲ ਕਰੀਏ, ਪਰ ਇਤਿਹਾਸ ਵਿੱਚ ਜ਼ਿਕਰ ਕਿਤੇ ਨਹੀਂ ਆਉਂਦਾ ਵੀ ਇਹ ਕਿੱਧਰ ਚਲੀਆਂ ਗਈਆਂ ਜਾਂ ਇਹਨਾਂ ਨੂੰ ਰਿਹਾ ਕੀਤਾ ਗਿਆ ਜਾਂ ਸ਼ਹੀਦ ਕੀਤਾ ਗਿਆ, ਕੋਈ ਜ਼ਿਕਰ ਨਹੀਂ ਆਉਂਦਾ। ਬੰਦਾ ਸਿੰਘ ਬਹਾਦਰ ਨੂੰ ਅਤੇ ਇਸ ਦੇ ਪੁੱਤਰ ਅਜੇ ਸਿੰਘ ਨੂੰ, ਜਿਹੜਾ 4 ਸਾਲ ਦਾ ਹੈ, 9 ਜੂਨ 1716 ਈਸਵੀ ਨੂੰ, ਜੋ ਦਿੱਲੀ ਦੇ ਵਿੱਚ ਕੁਤਬ ਮੀਨਾਰ ਹੈ, ਇਸ ਦੇ ਨੇੜੇ ਇੱਕ ਜਗ੍ਹਾ ਦਾ ਨਾਮ ਹੈ ਮਹਿਰੌਲੀ, ਅਤੇ ਉੱਥੇ ਬਹਾਦਰ ਸ਼ਾਹ ਬਾਦਸ਼ਾਹ ਦੀ ਕਬਰ ਵੀ ਹੈ, ਬਖਤਿਆਰ ਕਾਕੀ ਦੀ ਕਬਰ ਦੇ ਕੋਲ। ਉਸ ਜਗ੍ਹਾ 'ਤੇ ਲਿਜਾਇਆ ਜਾਂਦਾ ਹੈ। ਉਸ ਜਗ੍ਹਾ 'ਤੇ ਫਰਖਸ਼ੀਅਰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੁਰਸੀ 'ਤੇ ਬੈਠਦਾ, ਜਲਾਦ ਹਨ, ਕਾਜੀ ਹਨ ਅਤੇ ਹੋਰ ਫੌਜ ਦੇ ਬੰਦੇ ਹਨ। ਉਸ ਜਗ੍ਹਾ 'ਤੇ ਲਿਜਾ ਕੇ ਬੰਦਾ ਸਿੰਘ ਬਹਾਦਰ ਦੇ ਅੱਗੇ ਉਹੀ ਪ੍ਰਸਤਾਵ ਰੱਖਿਆ ਜਾਂਦਾ, ਉਹੀ ਗੱਲਾਂ ਰੱਖੀਆਂ ਜਾਂਦੀਆਂ ਵੀ ਜੇਕਰ ਤੂੰ ਇਸਲਾਮ ਮਤ ਨੂੰ ਕਬੂਲ ਕਰ ਲਵੇਂ ਨਾ, ਸਿੱਖ ਮਤ ਨੂੰ ਛੱਡ ਦਵੇਂ, ਤੇ ਅਸੀਂ ਤੈਨੂੰ ਆਜ਼ਾਦ ਵੀ ਕਰਾਂਗੇ, ਤੈਨੂੰ ਬਹੁਤ ਜ਼ਿਆਦਾ ਧਨ ਦੌਲਤ ਦਿੱਤਾ ਜਾਣਾ ਹੈ। ਇਹ ਗੱਲਾਂ ਜਿਹੜੀਆਂ ਦੁਬਾਰੇ ਦੁਹਰਾਈਆਂ ਜਾਂਦੀਆਂ, ਤੇ ਉੱਥੇ ਜਿਹੜਾ ਉਸ ਸਮੇਂ ਦਾ ਕਾਜੀ ਹੈ ਨਾ, ਉਹ ਬੰਦਾ ਸਿੰਘ ਬਹਾਦਰ ਨੂੰ ਇੱਕ ਗੱਲ ਕਹਿੰਦਾ ਵੀ ਬੰਦਾ ਸਿੰਘ ਬਹਾਦਰ ਵੇਖ, ਅਸੀਂ ਤੇਰੀ ਸਾਰੀ ਜ਼ਿੰਦਗੀ ਬਾਰੇ ਜਾਣਦੇ ਹਾਂ, ਬਚਪਨ ਤੋਂ ਲੈ ਕੇ ਸਾਰਾ ਕੁਝ ਅਸੀਂ ਪਤਾ ਕਰ ਲਿਆ। ਤੇਰੀ ਤਾਂ ਆਦਤ ਹੈ ਵੀ ਤੂੰ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਧਾਰਨ ਕੀਤੇ ਹੈ, ਤਕਰੀਬਨ 3 ਗੁਰੂ ਵੱਖ-ਵੱਖ ਸਮੇਂ 'ਤੇ ਤੂੰ ਧਾਰਨ ਕੀਤੇ ਹੈ। ਪਹਿਲੇ ਗੁਰੂ ਨੂੰ ਧਾਰਨ ਕੀਤਾ, ਉਹਨੂੰ ਛੱਡਿਆ, ਦੂਸਰੇ ਨੂੰ ਧਾਰਨ ਕੀਤਾ, ਉਹਨੂੰ ਛੱਡਿਆ, ਤੀਸਰੇ ਨੂੰ ਧਾਰਨ ਕੀਤਾ, ਉਹਨੂੰ ਛੱਡਿਆ, ਤੇ ਹੁਣ ਤੇਰਾ ਗੁਰੂ ਗੋਬਿੰਦ ਸਿੰਘ ਹੈ। ਤੇਰਾ ਤਾਂ ਜੀਵਨ ਹੀ ਇਸੇ ਤਰ੍ਹਾਂ ਲੰਘਿਆ ਵੀ ਗੁਰੂ ਬਦਲਣ ਦੇ ਵਿੱਚ ਹੀ ਰਹੇ ਆ, ਇੱਕ ਵਾਰੀ ਹੋਰ ਬਦਲ ਲੈ। ਤੇਰੀ ਤਾਂ ਆਦਤ ਬਣੀ ਹੋਈ ਹੈ ਗੁਰੂਆਂ ਨੂੰ ਬਦਲਣਾ। ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਨਾ ਵੀ ਇੱਕ ਵਾਰੀ ਗੁਰੂ ਹੋਰ ਬਦਲ ਲੈ। ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਇਸਲਾਮ ਮਤ ਨੂੰ ਕਬੂਲ ਕਰ ਲੈ, ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਧਾਰਨ ਕਰ ਲੈ। ਬੰਦਾ ਸਿੰਘ ਬਹਾਦਰ ਜਵਾਬ ਦਿੰਦਾ ਹੈ, ਕਹਿੰਦਾ ਅਸਲ ਦੇ ਵਿੱਚ ਜਦੋਂ ਤੱਕ ਗੁਰੂ ਕੱਚੇ ਮਿਲਦੇ ਰਹੇ ਨਾ, ਮੈਂ ਬਦਲਦਾ ਰਿਹਾ, ਪਰ ਜਦੋਂ ਪੱਕਾ ਗੁਰੂ ਮਿਲ ਗਿਆ ਨਾ, ਉਦੋਂ ਉਸ ਗੁਰੂ ਨੇ ਮੈਨੂੰ ਸਮਝਾ ਦਿੱਤਾ, ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ, ਐਸੇ ਮਰਹੁ ਜੇ ਬਹੁਰ ਨਾ ਮਰਨਾ। ਪੱਕੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਵੀ ਇਹੋ ਜਿਹਾ ਗੁਰੂ ਧਾਰਨ ਕਰ ਲਵੋ ਜਿਹੜਾ ਬਦਲਣਾ ਨਾ ਪਵੇ। ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ, ਹੋਰ ਗੁਰੂ ਨਾ ਕਰਨਾ ਪਵੇ ਬਾਅਦ ਦੇ ਵਿੱਚ। ਤੇ ਮੈਂ ਹੁਣ ਪੱਕੇ ਗੁਰੂ ਨੂੰ ਧਾਰਨ ਕੀਤਾ ਹੋਇਆ, ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਮੈਂ ਹੋਰ ਕੋਈ ਗੁਰੂ ਨਹੀਂ ਧਾਰਨ ਕਰਨਾ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ, ਇਸੇ ਨੂੰ ਹੀ ਅਪਣਾ ਕੇ ਰੱਖਣਾ ਹੈ। ਤੁਸੀਂ ਜਿਹੋ ਜਿਹਾ ਸਲੂਕ ਮੇਰੇ ਨਾਲ ਕਰਨਾ, ਵਿਵਹਾਰ ਜਿਹੋ ਜਿਹਾ ਮੇਰੇ ਨਾਲ ਕਰਨਾ, ਤੁਸੀਂ ਕਰੋ। ਕਿੰਨੇ ਲੰਬੇਰੇ ਸਮੇਂ ਤੋਂ ਤੁਸੀਂ ਇਸੇ ਗੱਲ ਦੀ ਹੀ ਰੱਟ ਲਾਈ ਹੋਈ ਹੈ ਵੀ ਤੁਸੀਂ ਇਸਲਾਮ ਮਤ ਕਬੂਲ ਕਰੋ, ਇਹ ਨਹੀਂ ਹੋ ਸਕਦਾ। ਹੁਣ ਫਰਖਸ਼ੀਅਰ ਵੀ ਸਾਹਮਣੇ ਬੈਠਾ, ਕਾਜੀ ਵੀ ਸਵਾਲ ਜਵਾਬ ਕਰ ਰਿਹਾ, ਹੋਰ ਵੀ ਫੌਜ ਦੇ ਬੰਦੇ
ਉਸ ਸਮੇਂ ਮੌਜੂਦ ਹੈ, ਉਹ ਸੋਚਦੇ ਆ ਵੀ ਹੋ ਸਕਦਾ ਬੰਦਾ ਬਹਾਦਰ ਡੋਲ ਜਾਵੇ। ਭਾਵੇਂ ਕਿ ਇਹ ਸਿੱਖਾਂ ਦੇ ਡੁੱਲਦੇ ਹੋਏ ਖੂਨ ਨੂੰ ਵੇਖ ਕੇ ਨਹੀਂ ਡੋਲਿਆ, ਪਰ ਆਪਾਂ ਨੂੰ ਇੱਕ ਕੋਸ਼ਿਸ਼ ਹੋਰ ਕਰਨੀ ਚਾਹੀਦੀ ਹੈ। 4 ਸਾਲ ਦਾ ਪੁੱਤਰ ਅਜੇ ਸਿੰਘ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ। ਉਹਨਾਂ ਦੀ ਮਨਸਾ ਇਹ ਹੈ ਵੀ ਜਦੋਂ ਇਹਦੇ ਬੱਚੇ ਦਾ ਖੂਨ ਡੁੱਲੇਗਾ ਨਾ, ਤੇ ਇਸ ਨੇ ਆਪਣੇ ਆਪ ਹੀ ਬੋਲ ਕੇ ਕਹਿ ਦੇਣਾ ਵੀ ਮੇਰੇ ਬੱਚੇ ਨੂੰ ਸ਼ਹੀਦ ਨਾ ਕਰੋ, ਮੈਂ ਇਸਲਾਮ ਮਤ ਕਬੂਲ ਕਰਦਾ। ਜਦੋਂ ਇਹਦੇ ਬੱਚੇ ਨੂੰ ਇਹਦੇ ਸਾਹਮਣੇ ਤਸੀਹੇ ਦਿੱਤੇ ਗਏ, ਉਸ ਸਮੇਂ ਇਤਿਹਾਸ ਦੇ ਵਿੱਚ ਜ਼ਿਕਰ ਹੈ, ਬੰਦਾ ਸਿੰਘ ਬਹਾਦਰ ਬੇੜੀਆਂ ਦੇ ਵਿੱਚ ਜਕੜਿਆ ਹੋਇਆ, ਹੱਥ ਕੜੀਆਂ ਲੱਗੀਆਂ ਹੋਈਆਂ। ਜਲਾਦ ਬੰਦਾ ਸਿੰਘ ਬਹਾਦਰ ਦੀ ਇੱਕ ਹੱਥ ਕੜੀ ਖੋਲ ਦਿੰਦਾ, ਇੱਕ ਹੱਥ ਨੂੰ, ਤੇ ਹੱਥ ਦੇ ਵਿੱਚ ਛੁਰਾ ਫੜਾਇਆ ਜਾਂਦਾ ਹੈ ਵੀ ਜੇ ਤੂੰ ਇਸਲਾਮ ਮਤ ਕਬੂਲ ਨਹੀਂ ਨਾ ਕਰਨਾ, ਆਪਣੇ ਬੱਚੇ ਦਾ ਕਲੇਜਾ ਆਪਣੇ ਹੱਥ ਨਾਲ ਬਾਹਰ ਕੱਢ। ਇਹ ਤਸੀਹਾ ਦਿੱਤਾ ਜਾ ਰਿਹਾ, ਮਜਬੂਰ ਕੀਤਾ ਜਾ ਰਿਹਾ। ਬੰਦਾ ਸਿੰਘ ਬਹਾਦਰ ਕਹਿੰਦਾ ਵੀ ਇਹ ਤਾਂ ਮੇਰਾ ਬੱਚਾ ਹੈ, 4 ਸਾਲ ਦਾ ਮਾਸੂਮ ਹੈ, ਇਹਨੂੰ ਤਾਂ ਅਜੇ ਸੰਸਾਰ ਬਾਰੇ ਕੋਈ ਬਹੁਤਾ ਗਿਆਨ ਵੀ ਨਹੀਂ, ਇਹਨੇ ਕੋਈ ਜ਼ੁਲਮ ਵੀ ਨਹੀਂ ਕੀਤਾ। ਤੇ ਬੱਚੇ ਆ ਨਾ ਜਿਹੜੇ, ਉਹ ਸਾਰੇ ਇੱਕੋ ਹੀ ਤਰ੍ਹਾਂ ਦੇ ਹੁੰਦੇ ਹੈ। ਜੇ ਤੁਸੀਂ ਆਪਣਾ ਬੱਚਾ ਮੇਰੇ ਸਾਹਮਣੇ ਲੈ ਆਵੋ ਤੇ ਤੁਸੀਂ ਮੈਨੂੰ ਕਹੋ ਵੀ ਇਹਦਾ ਕਲੇਜਾ ਬਾਹਰ ਕੱਢ ਦੇ, ਮੈਂ ਉਹ ਵੀ ਨਹੀਂ ਕਰਾਂਗਾ। ਤੁਸੀਂ ਜ਼ਾਲਮ ਹੋ, ਤੁਹਾਡਾ ਬੱਚਾ ਲੈ ਕੇ ਆਵੋ, ਮੈਂ ਉਸ ਦਾ ਕਲੇਜਾ ਵੀ ਬਾਹਰ ਨਹੀਂ ਕੱਢ ਸਕਦਾ। ਅਸਲ ਦੇ ਵਿੱਚ ਮੈਂ ਜਿਨ੍ਹਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਨੇ ਨਾ, ਜਿਨ੍ਹਾਂ ਦਾ ਕਤਲ ਕੀਤਾ, ਉਹ ਜ਼ਾਲਮ ਲੋਕ ਸਨ। ਉਹਨਾਂ ਨੇ ਬਹੁਤ ਜ਼ਿਆਦਾ ਗੁਨਾਹ ਕੀਤੇ ਆ ਜ਼ਿੰਦਗੀ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਕਿਸੇ ਮਾਸੂਮ ਦਾ ਕਤਲ ਕਰਨਾ ਸਿਧਾਂਤ ਦੇ ਉਲਟ ਗੱਲ ਹੈ। ਤੁਹਾਡਾ ਬੱਚਾ ਵੀ ਹੁੰਦਾ, ਮੈਂ ਉਹਦਾ ਵੀ ਕਤਲ ਨਹੀਂ ਸੀ ਕਰ ਸਕਦਾ, ਇਹ ਨਹੀਂ ਹੋ ਸਕਦਾ। ਆਖਰ ਜਦੋਂ ਬੰਦਾ ਸਿੰਘ ਬਹਾਦਰ ਇਸ ਤਰ੍ਹਾਂ ਦਾ ਜਵਾਬ ਦਿੰਦਾ ਨਾ, ਉਸ ਸਮੇਂ ਜਿਹੜੇ ਸਿਪਾਹੀ ਅਤੇ ਜਲਾਦ ਹੈ, ਉਹ ਬੰਦਾ ਸਿੰਘ ਬਹਾਦਰ ਦੇ ਸਾਹਮਣੇ, ਬੰਦਾ ਸਿੰਘ ਬਹਾਦਰ ਵੇਖ ਰਿਹਾ, ਸਾਹਮਣੇ ਫਰਖਸ਼ੀਅਰ ਬੈਠਾ ਹੋਇਆ ਕੁਰਸੀ ਦੇ ਉੱਪਰ, ਉਸ ਬੱਚੇ ਦੀਆਂ ਲੱਤਾਂ ਨੂੰ ਪਕੜ ਕੇ ਲੰਬਿਆਂ ਕੀਤਾ ਜਾਂਦਾ ਹੈ। ਇੱਕ ਸਿਪਾਹੀ ਅਜੇ ਸਿੰਘ ਦੇ ਕੇਸਾਂ ਨੂੰ ਪਕੜਦਾ, ਜਲਾਦ ਆਪਣੇ ਛੁਰੇ ਦੇ ਨਾਲ ਅਜੇ ਸਿੰਘ ਜੋ 4 ਸਾਲ ਦਾ ਮਾਸੂਮ ਬੱਚਾ ਹੈ, ਉਹਦੇ ਕਲੇਜੇ ਨੂੰ ਬਾਹਰ ਕੱਢਦਾ। ਉਹ ਕਲੇਜਾ ਉਸੇ ਤਰ੍ਹਾਂ ਤੜਫ ਰਿਹਾ ਹੈਗਾ, ਵੁੜਕ ਰਿਹਾ ਹੈਗਾ। ਉਹ ਕਲੇਜੇ ਨੂੰ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨ ਦਿੱਤਾ ਜਾਂਦਾ ਹੈ। ਹੁਣ ਜੇਕਰ ਵੇਖਿਆ ਜਾਵੇ, 5 ਮਾਰਚ 1716 ਈਸਵੀ ਦਾ ਬਾਬਾ ਬੰਦਾ ਸਿੰਘ ਬਹਾਦਰ ਜੇਲ੍ਹ ਦੇ ਵਿੱਚ ਹੈ। 9 ਜੂਨ 1716 ਈਸਵੀ ਆ ਗਈ ਹੈ। ਕੋਈ ਬਹੁਤਾ ਚੰਗਾ ਖਾਣ ਪੀਣ ਨੂੰ ਰਾਸ਼ਨ ਨਹੀਂ ਮਿਲ ਰਿਹਾ, ਜੇਲ੍ਹ ਦੇ ਵਿੱਚ ਭੁੱਖਾ ਰੱਖਿਆ ਜਾ ਰਿਹਾ, ਤਸੀਹੇ ਦਿੱਤੇ ਜਾ ਰਹੇ ਹੈ। ਜੇਕਰ ਅੱਜ ਕੁਝ ਮੁੱਖ ਦੇ ਵਿੱਚ ਪਾਇਆ ਗਿਆ ਜ਼ਾਲਮ ਦੇ ਵੱਲੋਂ, ਉਹ ਭੋਜਨ ਨਹੀਂ ਪਾਇਆ ਗਿਆ। 4 ਸਾਲ ਦੇ ਅਜੇ ਸਿੰਘ ਜਿਹੜਾ ਮਾਸੂਮ ਬੱਚਾ, ਉਹਦਾ ਕਲੇਜਾ ਪਾਇਆ ਗਿਆ। ਉਹ ਜਲਾਦ ਦੇ ਵੀ ਹੱਥ ਹੈ ਜਿਹੜੇ ਖੂਨ ਦੇ ਨਾਲ ਲਿਬੜੇ ਹੋਏ ਹੈ, ਉਹ ਕਲੇਜੇ ਦੇ ਵਿੱਚੋਂ ਵੀ ਖੂਨ ਸਿਮ ਰਿਹਾ, ਜਿਸ ਦੇ ਨਾਲ ਬੰਦਾ ਸਿੰਘ ਬਹਾਦਰ ਦਾ ਜਿਹੜਾ ਦਾੜਾ ਹੈ ਉਹ ਸਾਰਾ ਹੀ ਖੂਨ ਦੇ ਨਾਲ ਭਿੱਜ ਗਿਆ। ਪਰ ਬੰਦਾ ਸਿੰਘ ਬਹਾਦਰ ਅਡੋਲ ਬੈਠਾ, ਗੁਰੂ ਤੇ ਵਿਸ਼ਵਾਸ ਹੈ, ਗੁਰੂ ਦੇ ਨਾਲ ਪ੍ਰੀਤ ਹੈ। ਬੰਦਾ ਸਿੰਘ ਬਹਾਦਰ ਮਨ ਹੀ ਮਨ ਦੇ ਵਿੱਚ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਦੁਹਰਾ ਰਿਹਾ ਹੈ, ਜਿਨ੍ਹਾਂ ਨੇ ਨੀਹਾਂ ਦੇ ਵਿੱਚ ਆਪਣੇ ਆਪ ਨੂੰ ਚਿਣਵਾ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। 5 ਸਾਲ ਤੇ 9 ਸਾਲ ਦਾ ਜੋ ਸਾਹਿਬਜ਼ਾਦਾ ਸੀ, ਬੱਚੇ ਸਨ, ਉਹ ਇਤਿਹਾਸ ਨੂੰ ਚੇਤੇ ਕਰ ਰਿਹਾ। ਗੁਰੂ ਦੇ ਉੱਪਰ ਵਿਸ਼ਵਾਸ ਹੈ, ਪ੍ਰੀਤ ਹੈ। ਐਵੇਂ ਥੋੜ੍ਹੀ ਬੰਦਾ ਸਿੰਘ ਬਹਾਦਰ ਦੇ ਨਾਲ ਬਹਾਦਰ ਸ਼ਬਦ ਜੁੜਿਆ। ਕੌਮ ਦੇ ਵਿੱਚ ਹੋਰ ਵੀ ਸਿੱਖ ਹੋਏ ਹੈ, ਪਰ ਨਾਮ ਦੇ ਪਿੱਛੇ ਜਿਹੜਾ ਤਖੱਲਸ ਬਹਾਦਰ ਹੈ, ਉਹ ਤਾਂ ਬੰਦਾ ਸਿੰਘ ਦੇ ਨਾਲ ਹੀ ਜੁੜਿਆ ਹੋਇਆ ਹੈ ਨਾ। ਜੇ ਬਹਾਦਰੀ ਸੀ ਜੀਵਨ ਦੇ ਵਿੱਚ, ਫੇਰ ਹੀ ਬਹਾਦਰ ਸ਼ਬਦ ਜੁੜਿਆ, ਤਖੱਲਸ ਉਸ ਦੇ ਨਾਮ ਦੇ ਨਾਲ।
ਫਰਖਸ਼ੀਅਰ ਜਦੋਂ ਨਾਕਾਮਯਾਬ ਹੁੰਦਾ ਹੈ, ਬੰਦਾ ਸਿੰਘ ਬਹਾਦਰ ਨੂੰ ਉਹ ਇਸਲਾਮ ਮਤ ਵਿੱਚ ਨਹੀਂ ਲੈ ਕੇ ਆ ਸਕਿਆ, ਤੇ ਫਰਖਸ਼ੀਅਰ ਅਖੀਰ ਤੇ ਸਵਾਲ ਕਰਦਾ ਬੰਦਾ ਸਿੰਘ ਬਹਾਦਰ ਨੂੰ ਵੀ ਚਲੋ ਜੇ ਤੁਸੀਂ ਇਸਲਾਮ ਮਤ ਨਹੀਂ ਕਬੂਲ ਕਰਨਾ ਨਾ, ਅਸੀਂ ਤੁਹਾਡੇ ਤੇ ਇੰਨਾ ਕੁ ਤਰਸ ਕਰਦੇ ਹਾਂ, ਅਸੀਂ ਤੁਹਾਨੂੰ ਉਹੋ ਜੀ ਮੌਤ ਦੇਵਾਂਗੇ ਜਿਹੋ ਜੀ ਤੁਸੀਂ ਚਾਹੁੰਦੇ ਹੋ। ਤੁਹਾਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ, ਕਿਸ ਤਰ੍ਹਾਂ ਸ਼ਹੀਦ ਕੀਤਾ ਜਾਵੇ। ਬੰਦਾ ਸਿੰਘ ਬਹਾਦਰ ਕਹਿੰਦਾ ਮੈਨੂੰ ਉਹੋ ਜੀ ਮੌਤ ਦੇ ਜਿਹੋ ਜੀ ਤੂੰ ਆਪਣੇ ਲਈ ਲੋਚਦਾ, ਜਿਹੋ ਜੀ ਤੈਨੂੰ ਆਪਣੇ ਲਈ ਚਾਹੀਦੀ ਹੈ ਨਾ ਮੌਤ, ਉਹੋ ਜੀ ਮੌਤ ਮੈਨੂੰ ਚਾਹੀਦੀ ਹੈ। ਸਾਡੇ ਗੁਰੂ ਦਾ ਇਹ ਸਿਧਾਂਤ ਹੈ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਜਿਹੋ ਜੇ ਕਰਮ ਕਰਾਂਗੇ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਬੰਦਾ ਸਿੰਘ ਬਹਾਦਰ ਜਦੋਂ ਇਸ ਤਰ੍ਹਾਂ ਦਾ ਜਵਾਬ ਦਿੰਦਾ ਨਾ, ਤੇ ਫਰਖਸ਼ੀਅਰ ਐਲਾਨ ਕਰਦਾ ਵੀ ਜਿਹੜੀਆਂ ਅੱਖਾਂ ਦੇ ਨਾਲ ਇਸਨੇ ਸਿੱਖ ਸ਼ਹੀਦ ਹੁੰਦੇ ਹੋਏ ਵੇਖੇ ਹੈ, ਪਰ ਇਹਦਾ ਮਨ ਨਹੀਂ ਡੋਲਿਆ। ਜਿਹੜੀਆਂ ਅੱਖਾਂ ਨੇ 4 ਸਾਲ ਦਾ ਮਾਸੂਮ ਬੱਚੇ ਦਾ ਕਲੇਜਾ ਵੇਖਿਆ ਤੜਫਦਾ ਹੋਇਆ, ਪਰ ਫਿਰ ਵੀ ਮਨ ਨਹੀਂ ਡੋਲਿਆ। ਇੰਨਾ ਖੂਨ ਵੇਖਣ ਦੇ ਬਾਵਜੂਦ ਇਹ ਵਿਅਕਤੀ ਹੈ ਬਿਲਕੁਲ ਨਹੀਂ ਡੋਲਿਆ, ਉਹ ਅੱਖਾਂ ਕੱਢ ਦਿੱਤੀਆਂ ਜਾਣ। ਬੰਦਾ ਸਿੰਘ ਬਹਾਦਰ ਦੀ ਖੱਬੀ ਅੱਖ ਕੱਢੀ ਗਈ, ਬਾਅਦ ਵਿੱਚ ਸੱਜੀ ਅੱਖ ਕੱਢੀ ਗਈ ਹੈ। ਇਤਿਹਾਸ ਦੇ ਵਿੱਚ ਜੋ ਤਸੀਹੇ ਦਿੱਤੇ ਗਏ ਹੈ ਨਾ, ਉਹਨਾਂ ਦਾ ਜ਼ਿਕਰ ਕੀਤਾ ਗਿਆ। ਬਾਹਾਂ ਵੱਢ ਦਿੱਤੀਆਂ ਗਈਆਂ, ਖੱਬੀ ਬਾਂਹ ਵੱਢੀ ਗਈ, ਸੱਜੀ ਬਾਂਹ ਵੱਢੀ ਗਈ, ਬਾਅਦ ਦੇ ਵਿੱਚ ਖੱਬੀ ਲੱਤ ਵੱਢੀ ਗਈ ਹੈ, ਸੱਜੀ ਲੱਤ ਵੱਢੀ ਗਈ ਹੈ। ਕੇਵਲ ਇੰਨੇ ਹੀ ਤਸੀਹੇ ਨਹੀਂ ਦਿੱਤੇ, ਜਮੂਰ ਮੰਗਾਏ ਗਏ ਆ, ਪਲਾਸ ਦੀ ਤਰ੍ਹਾਂ ਹੁੰਦੇ ਆ ਮਿਸਤਰੀਆਂ ਦੇ ਕੋਲ ਜਮੂਰ, ਅਸੀਂ ਵੇਖੇ ਹੋਣਗੇ। ਉਹਨਾਂ ਨੂੰ ਗਰਮ ਕਰਕੇ ਉਹਨਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਤੋਂ ਮਾਸ ਪੁੱਟਿਆ ਗਿਆ, ਬੋਟੀ ਬੋਟੀ ਕਰਕੇ। ਪਰ ਬੰਦਾ ਸਿੰਘ ਬਹਾਦਰ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ, ਅੱਜ ਤੇਰੇ ਉਹ ਸ਼ਬਦ ਯਾਦ ਆ ਰਹੇ ਹੈ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਅਖੀਰ ਤੇ ਇਸ ਤਰ੍ਹਾਂ ਦੇ ਤਸੀਹੇ ਦੇ ਕੇ ਨਾ ਇੱਕ ਹਥੌੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿਰ ਦੇ ਵਿੱਚ ਮਾਰਿਆ ਜਾਂਦਾ ਹੈ, ਜਿਸ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦੇ ਵਿੱਚੋਂ ਭੌਰ ਉਡਾਰੀ ਮਾਰ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਜਾਂਦਾ ਹੈ, ਇਸ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਆਪਾਂ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਵਿਚਾਰਿਆ। ਇਸ ਤੋਂ ਬਾਅਦ ਦੀ ਘਟਨਾ ਕੀ ਹੈ? ਫਰਖਸ਼ੀਅਰ ਚਲਿਆ ਜਾਂਦਾ, ਜਲਾਦ ਵੀ ਚਲੇ ਜਾਂਦੇ ਆ, ਫੌਜ ਵੀ ਚਲੀ ਜਾਂਦੀ ਹੈ। ਉਹ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਰੀਰ ਹੈ ਉਸੇ ਤਰ੍ਹਾਂ ਹੀ ਪਿਆ ਉਸ ਜਗ੍ਹਾ 'ਤੇ। ਬਾਅਦ ਦੇ ਵਿੱਚ ਇੱਕ ਅਮਰ ਸਿੰਘ ਕੰਬੋਜ, ਇਹ ਗੁਰੂ ਦਾ ਸਿੱਖ ਹੈ, ਇਹ ਉਹ ਸਾਰੇ ਸਰੀਰ ਨੂੰ ਇਕੱਠਿਆਂ ਕਰਕੇ ਅੱਖਾਂ ਨੂੰ, ਬੋਟੀਆਂ ਨੂੰ, ਜੋ ਅੰਗ ਪੈਰ ਨੇ ਉੱਥੇ ਖਿਲਰੇ ਹੋਏ, ਜੋ ਬੰਦਾ ਸਿੰਘ ਬਹਾਦਰ ਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਸੀ ਲਾਲ ਰੰਗ ਦੀ, ਉਸ ਪੱਗ ਦੇ ਵਿੱਚ ਸਾਰੇ ਸਰੀਰ ਨੂੰ ਬੰਨ੍ਹ ਕੇ ਇੱਕ ਜੰਮੂ ਦੇ ਵਿੱਚ ਢੋਡਾ ਟਾਂਡਾ ਇਲਾਕਾ ਹੈ, ਉਸ ਜਗ੍ਹਾ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜੋ ਪਹਿਲਾਂ ਵਾਲੀ ਪਤਨੀ ਹੈ ਸਾਹਿਬ ਕੌਰ, ਜੋ ਸ਼ਿਵ ਰਾਮ ਕਪੂਰ ਦੀ ਲੜਕੀ ਸੀ, ਸਿਆਲਕੋਟ ਦਾ ਰਹਿਣ ਵਾਲਾ ਸੀ, ਬਾਅਦ ਵਿੱਚ ਸਰਹਿੰਦ ਦੇ ਵਿੱਚ ਰਹਿੰਦਾ ਰਿਹਾ। ਉਹ ਜਿਹੜੀ ਪਤਨੀ ਹੈ ਉਹ ਜੰਮੂ ਦੇ ਵਿੱਚ ਰਹਿ ਰਹੀ ਹੈ। ਉੱਥੇ ਉਹ ਸਰੀਰ ਨੂੰ ਪਹੁੰਚਾਇਆ ਜਾਂਦਾ ਅਮਰ ਸਿੰਘ ਕੰਬੋਜ ਦੇ ਵੱਲੋਂ, ਅਤੇ ਇਸ ਦੀ ਪਹਿਲਾਂ ਵਾਲੀ ਪਤਨੀ ਵੱਲੋਂ ਉਹਨਾਂ ਹੱਡੀਆਂ ਦਾ, ਉਹ ਸਰੀਰ ਦੇ ਜੋ ਅੰਗ ਹੈ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।